ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਕਰੋਨਾ ਦੀ ਕੀ ਸਥਿਤੀ ਹੈ, ਕਿੰਨੇ ਕੇਸ ਹੋਏ ਨੇ ਹੁਣ ਤੱਕ, ਕਿੰਨੇ ਲੋਕ ਪੀੜਤ ਨੇ, ਕਿੰਨੇ ਹਸਪਤਾਲਾਂ ਵਿੱਚ ਦਾਖਲ ਨੇ ਔਰ ਪੰਜਾਬ 'ਚ ਕਿੰਨੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤੇ ਅੱਜ ਪੰਜਾਬ ਸਰਕਾਰ ਨੇ ਕੀ ਕੀਤਾ ਹੈ, ਇਸ ਬਾਬਤ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜੋ ਸਾਨੂੰ ਡਿਟੇਲ ਦਿੱਤੀ ਗਈ ਹੈ 6 ਵਜੇ ਤੱਕ ਜੋ ਜਾਣਕਾਰੀ ਦਿੱਤੀ ਗਿਆ ਉਹਦੇ ਮੁਤਾਬਕ ਪੰਜਾਬ 'ਚ ਕਰੋਨਾ ਤੋਂ 197 ਜਿਹੜੇ ਪੰਜਾਬ ਦੇ ਵਾਸੀ ਨੇ ਬੰਦੇ ਨੇ ਉਹ ਪੀੜਤ ਹੋ ਚੁੱਕੇ ਨੇ। ਕੁੱਲ ਪੰਜਾਬ ਦੇ ਵਿੱਚ 5524 ਜਿਹੜੇ ਲੋਕ ਨੇ ਉਹ ਸ਼ੱਕੀ ਪਾਏ ਗਏ ਸੀ। ਇਹਨਾਂ ਦੀਆਂ ਸਾਰਿਆਂ ਦੀਆਂ ਰਿਪੋਰਟਾਂ ਭੇਜੀਆਂ ਹੋਈਆਂ ਨੇ, ਟੈਸਟ ਕਰਵਾਉਣ ਸਰਕਾਰ ਵੱਲੋਂ ਦਿੱਤੇ ਹੋਏ ਨੇ। 197 ਅੱਜ ਤੱਕ 6 ਵਜੇ ਤੱਕ ਸ਼ਾਮ ਦੇ ਪੰਜਾਬ 'ਚ 197 ਜਿਹੜੇ ਪੀੜਤ ਨੇ ਕਰੋਨਾ ਤੋਂ, ਜਿਹੜੇ ਪੋਜ਼ਿਟਿਵ ਕੇਸ ਪਾਏ ਗਏ ਨੇ ਔਰ 4727 ਲੋਕਾਂ ਦੀ ਜਿਹੜੀ ਰਿਪੋਰਟ ਆ ਉਹ ਆ ਚੁੱਕੀ ਹੈ, ਮਤਲਬ ਉਹ ਨੈਗੇਟਿਵ ਰਿਪੋਰਟ ਆ। 600 ਦੇ ਕਰੀਬ ਹਜੇ ਰਿਪੋਰਟ ਲੋਕਾਂ ਦੀ ਆਉਣੀ ਬਾਕੀ ਆ। ਤੇ ਸਭ ਤੋਂ ਵੱਡੀ ਗੱਲ ਆ ਕਿ 29 ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਦਾ ਪੋਜ਼ਿਟਿਵ ਪਾਇਆ ਗਿਆ ਸੀ ਉਹ ਸੁੱਖੀ ਸੰਦੀ ਆਪਣੇ ਘਰਾਂ ਵਿੱਚ ਠੀਕ ਠਾਕ ਹਸਪਤਾਲਾਂ ਤੋਂ ਆ ਚੁੱਕੇ ਨੇ, ਮਤਲਬ 29 ਬੰਦੇ ਠੀਕ ਹੋ ਕੇ ਘਰਾਂ ਨੂੰ ਆ ਚੁੱਕੇ ਨੇ ਔਰ 154 ਜਿਹੜੇ ਐਕਟਿਵ ਕੇਸ ਨੇ। 3 ਜਿਹੜੇ ਪੇਸ਼ੈਂਟ ਦੱਸੇ ਗਏ ਨੇ, ਮਰੀਜ਼ ਦੱਸੇ ਗਏ ਨੇ, ਉਹ ਆਕਸੀਜਨ ਦੀ ਸਪੋਰਟ ਤੇ ਨੇ ਔਰ 2 ਜਿਹੜੇ ਪੇਸ਼ੈਂਟ ਨੇ ਮਰੀਜ਼ ਨੇ ਉਹਨਾਂ ਦੀ ਸਥਿਤੀ ਹੈ ਕਿ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਤੇ ਪਾਇਆ ਗਿਆ, ਸਹਾਰਾ ਦਿੱਤਾ ਗਿਆ। ਤੇ ਪੰਜਾਬ 'ਚ 14 ਜਿਹੜੇ ਮੌਤਾਂ ਹੋ ਚੁੱਕੀਆਂ ਕਰੋਨਾ ਤੋਂ। ਔਰ ਅਗਰ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਮੋਹਾਲੀ ਜ਼ਿਲ੍ਹਾ ਕਾਫੀ ਹੌਟਸਪੌਟ ਬਣ ਚੁੱਕਾ। ਇੱਥੇ ਹੁਣ ਤੱਕ 56 ਜਿਹੜੇ ਕੇਸ ਨੇ ਉਹ ਕਨਫਰਮ ਹੋ ਚੁੱਕੇ ਨੇ, 6 ਠੀਕ ਲੋਕੀ ਹੋ ਚੁੱਕੇ ਨੇ ਔਰ ਹੁਣ ਤੱਕ ਮੋਹਾਲੀ ਜ਼ਿਲ੍ਹੇ 'ਚ 2 ਲੋਕਾਂ ਦੀ ਮੌਤ ਹੋਈ ਆ। ਉਸ ਤੋਂ ਬਾਅਦ ਜਲੰਧਰ ਆ, ਇਹ ਵੀ ਹੌਟਸਪੌਟ ਆ, ਕਾਫੀ ਅਤੀ ਸੰਵੇਦਨਸ਼ੀਲ ਡਿਕਲੇਅਰ ਕੀਤਾ ਗਿਆ ਡਿਸਟ੍ਰਿਕਟ ਔਰ ਇੱਥੇ 31 ਨੇ ਟੋਟਲ, 4 ਠੀਕ ਹੋਏ ਨੇ, 2 ਦੀਆਂ ਮੌਤਾਂ ਨੇ। ਉਸ ਤੋਂ ਬਾਅਦ ਪਠਾਨਕੋਟ ਆ, 24 ਕਨਫਰਮ ਕੇਸ ਨੇ, ਇੱਥੇ ਕੋਈ ਵੀ ਮਰੀਜ਼ ਹੁਣ ਤੱਕ ਠੀਕ ਨਹੀਂ ਹੋਇਆ, 1 ਦੀ ਮੌਤ ਹੋਈ ਆ। ਉਸ ਤੋਂ ਬਾਅਦ ਨਵਾਂ ਸ਼ਹਿਰ ਡਿਸਟ੍ਰਿਕਟ ਆ, ਇਸ 'ਤੇ ਸਭ ਤੋਂ ਵੱਡੀ ਗੱਲ ਆ ਕਿ 19 ਜਿਹੜੇ ਕੇਸ ਕਨਫਰਮ ਹੋਏ ਸੀ ਲੇਕਿਨ 15 ਜਿਹੜੇ ਮਰੀਜ਼ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਵਿੱਚ ਆ ਚੁੱਕੇ ਨੇ। ਪੰਜਾਬ 'ਚ ਇੱਕ ਅਜਿਹਾ ਜ਼ਿਲ੍ਹਾ ਜਿੱਥੇ ਵੱਡੀ ਗਿਣਤੀ ਵਿੱਚ ਔਰ ਤੇਜ਼ੀ ਦੇ ਨਾਲ ਮਰੀਜ਼ ਠੀਕ ਹੋ ਰਹੇ ਨੇ ਔਰ ਉੱਥੇ ਸਿਰਫ 1 ਹੀ ਮੌਤ ਹੋਈ ਸੀ ਜ਼ਿਲ੍ਹੇ ਦੇ ਵਿੱਚ। ਉਸ ਤੋਂ ਬਾਅਦ ਅੰਮ੍ਰਿਤਸਰ, ਲੁਧਿਆਣਾ, ਮਾਨਸਾ, ਇੱਥੇ 11 ਪੇਸ਼ੈਂਟ ਨੇ। ਹੁਸ਼ਿਆਰਪੁਰ 'ਚ 7 ਨੇ, ਪਟਿਆਲਾ 6 ਔਰ ਮੋਗਾ 'ਚ 4 ਨੇ। ਉਸ ਤੋਂ ਬਾਅਦ ਫਰੀਦਕੋਟ, ਰੋਪੜ, ਸੰਗਰੂਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ 3 ਮਰੀਜ਼ ਨੇ। ਬਰਨਾਲਾ ਔਰ ਫਤਿਹਗੜ੍ਹ ਸਾਹਿਬ ਅਤੇ ਕਪੂਰਥਲਾ, ਇਹਦੇ 'ਚ 2 ਪੇਸ਼ੈਂਟ ਨੇ। ਮੁਕਤਸਰ ਤੇ ਗੁਰਦਾਸਪੁਰ, ਇੱਥੇ 1 ਮਰੀਜ਼ ਨੇ ਤੇ ਟੋਟਲ ਜਿਹੜੇ ਪੰਜਾਬ ਦੇ 18 ਜ਼ਿਲ੍ਹੇ ਕਰੋਨਾ ਦੀ ਮਾਰ ਚੱਲ ਰਹੇ ਨੇ ਤੇ ਟੋਟਲ 197 ਕੇਸ ਨੇ ਪੰਜਾਬ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਔਰ ਸਭ ਤੋਂ ਵੱਡੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣੇ ਫੈਸਲਾ ਕੀਤਾ ਕਿ ਜਿਹੜਾ ਨਿਹੰਗ ਸਿੰਘਾਂ ਵੱਲੋਂ ਜ਼ਬਰ ਦਿਖਾਇਆ ਗਿਆ ਸੀ, ਪੁਲਿਸ ਦਾ ਜਿਹੜਾ ASI ਸੀ ਹਰਜੀਤ ਸਿੰਘ, ਜਿਹਦੇ ਗੁੱਟ ਵੜ ਦਿੱਤਾ ਗਿਆ ਸੀ ਨਿਹੰਗ ਸਿੰਘਾਂ ਵੱਲੋਂ, ਹਾਲਾਂਕਿ ਉਸ 'ਤੇ ਚਰਚਾ ਹੈ ਕਿ ਉਹ ਨਿਹੰਗ ਸਿੰਘ ਨਹੀਂ, ਅਖੌਤੀ ਨਿਹੰਗ ਸਿੰਘ, ਇੱਦਾਂ ਦੀ ਚਰਚਾ ਹੋ ਰਹੀ ਹੈ। ਲੇਕਿਨ ਉਹਨਾਂ ਨੇ ਜੋ ਵੀ ਕੀਤਾ ਉਹ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਦੀ ਜਾਨ ਲਈ ਜਾਵੇ। ਤੇ ਹਰਜੀਤ ਸਿੰਘ ਜਿਨ੍ਹਾਂ ਦਾ ਹੱਥ ਕੱਟਿਆ ਗਿਆ ਸੀ, ਉਹਨਾਂ ਦਾ ਜਿਹੜਾ ਹੌਸਲਾ ਉਹ ਜਿੰਦਾਬਾਦ ਆ। ਡਾਕਟਰਾਂ ਦੇ PGI ਡਾਕਟਰਾਂ ਨੇ 8 ਘੰਟੇ ਉਹਨਾਂ ਨੂੰ ਲਗਾਤਾਰ ਆਪਰੇਸ਼ਨ ਕਰਕੇ ਉਹਨਾਂ ਦਾ ਜਿਹੜਾ ਗੁੱਟ ਉਹ ਜੋੜ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਜੀਤ ਸਿੰਘ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਔਰ ਅੱਜ ਪੰਜਾਬ ਸਰਕਾਰ ਨੇ ਖਾਸ ਕਰਕੇ ਕੈਪਟਨ ਉਹਨਾਂ ਨੂੰ ਸਬ ਇੰਸਪੈਕਟਰ ਬਣਾ ਦਿੱਤਾ, ਯਾਨੀ ਕਿ ਉਹਨਾਂ ਦੇ ਮੋਢਿਆਂ ਤੇ ਇੱਕ ਹੋਰ ਸਟਾਰ ਲਾ ਦਿੱਤਾ, ASI ਤੋਂ ਸਬ ਇੰਸਪੈਕਟਰ ਬਣਾ ਦਿੱਤਾ ਗਿਆ। ਇਹ ਸਭ ਤੋਂ ਵੱਡੀ ਗੱਲ ਆ, ਉਹਨਾਂ ਦਾ ਹੌਸਲਾ ਅਫਜ਼ਾਈ ਕੀਤੀ ਹੈ ਪੰਜਾਬ ਸਰਕਾਰ ਵੱਲੋਂ। ਔਰ ANB ਨਿਊਜ਼ ਵੀ ਥਾਣੇਦਾਰ ਹਰਜੀਤ ਸਿੰਘ ਦੀ ਸਿਹਤ ਦੀ ਕਾਮਨਾ ਕਰਦਾ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਘਰ ਆਉਣ ਔਰ ਫਿਰ ਸੇਵਾ ਤੇ ਉਤਰਨ, ਮੈਦਾਨ ਵਿੱਚ ਆਉਣ ਔਰ ਪੰਜਾਬ ਸਰਕਾਰ ਦੀ ਜਿਹੜੀ ਸੇਵਾ ਜਾਂ ਡਿਊਟੀ ਲੋਕਾਂ ਦੀ ਉਹ ਡਿਊਟੀ ਨਿਭਾਉਣ, ਜਿਸ ਤਰ੍ਹਾਂ ਪਹਿਲਾਂ ਉਹਨਾਂ ਬਹਾਦਰੀ ਦੇ ਨਾਲ ਡਿਊਟੀ ਨਿਭਾਈ ਹੈ। ਇਹ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਜਿਹੜਾ
ਔਰ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਸਰਕਾਰ ਨੇ ਇਹ ਵੀ ਅੱਜ ਫੈਸਲਾ ਲਿਆ, ਇੱਕ ਸਬ ਕਮੇਟੀ ਬਣਾਈ ਗਈ ਸੀ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਕਿ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਉਹ ਠੀਕ ਨਹੀਂ ਆ ਕਰੋਨਾ ਦੇ ਚੱਲਦਿਆਂ। ਔਰ ਇਹਦੇ 'ਚ ਇਹ ਜ਼ਿਕਰ ਕਿਹਾ ਗਿਆ ਸਰਕਾਰ ਵੱਲੋਂ ਕਿ ਜਿਹੜੇ ਪੰਜਾਬ ਦੇ ਸਰਕਾਰੀ ਸਾਰੇ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ, ਉਹ ਅਗਲੇ 3 ਮਹੀਨਿਆਂ ਦੀ ਜਿਹੜੀ ਆਪਣੀ ਜਿਹੜੀ ਤਨਖਾਹ ਉਹ ਨਹੀਂ ਲੈਣਗੇ, ਉਹ ਜਿਹੜਾ CM ਕੋਵਿਡ ਰਿਲੀਫ ਫੰਡ ਆ ਉਹਦੇ 'ਚ ਪਾਉਣਗੇ। ਇਹ ਫੈਸਲਾ ਲਿਆ ਗਿਆ, ਇੱਕ ਜਿਹੜੀ ਸਬ ਕਮੇਟੀ ਬਣੀ ਸੀ। ਔਰ ਨਾਲ ਦੀ ਨਾਲ ਜਿਹੜੇ ਸੂਬੇ ਦੇ ਮੁੱਖ ਸਕੱਤਰ ਨੇ ਕਰਨ ਅਵਤਾਰ ਸਿੰਘ, ਉਹਨਾਂ ਵੀ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਆ ਕਿ ਉਹ ਵੀ ਆਪਣੇ ਹਿੱਸੇ ਦਾ ਜਿਹੜਾ ਬਣਦਾ ਦਸਵੰਧ ਕਹਿ ਲਓ ਜਾਂ ਜਿਹੜੀ ਤਨਖਾਹ ਦਾ ਕੁਝ ਹਿੱਸਾ ਉਹ ਉਹਦੇ CM ਕੋਵਿਡ ਰਿਲੀਫ ਫੰਡ ਵਿੱਚ ਪਾਉਣ। ਔਰ ਇਹਦੇ 'ਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਰੈਂਕ ਦੇ ਹਿਸਾਬ ਦੇ ਨਾਲ ਉਹ ਆਪਣੀ ਤਨਖਾਹ ਦਾ ਹਿੱਸਾ ਪਾਉਣਗੇ। ਜਿਨ੍ਹਾਂ ਦੀ ਕੈਟਾਗਰੀ A ਔਰ B ਹੈ, ਕਲਾਸ 1 ਔਰ ਕਲਾਸ 2 ਆਫਿਸਰ ਆ, ਉਹ ਅਗਲੇ 3 ਮਹੀਨਿਆਂ ਤੱਕ ਆਪਣੀ ਜਿਹੜੀ ਸੈਲਰੀ ਦਾ 30% ਜਿਹੜਾ ਹਿੱਸਾ ਉਹ ਕੰਟਰੀਬਿਊਟ ਕਰਨਗੇ। ਜਿਹੜੀ ਕਲਾਸ C ਆ, ਦਰਜਾ 3 ਦੇ ਜਿਹੜੇ ਮੁਲਾਜ਼ਮ ਨੇ, ਅਧਿਕਾਰੀ ਨੇ, ਉਹ ਆਪਣੀ ਤਨਖਾਹ ਦਾ 20% ਹਿੱਸਾ। ਔਰ ਜਿਹੜੇ ਕਰਮਚਾਰੀ 4 ਦਰਜੇ ਦੇ ਨੇ, ਚੌਥਾ ਦਰਜੇ ਦੇ ਜਿਹੜੇ D ਕੈਟਾਗਰੀ ਆ, ਉਹ ਆਪਣੀ ਤਨਖਾਹ 'ਚੋਂ 10% ਹਿੱਸਾ CM ਜਿਹੜਾ ਕੋਵਿਡ ਰਿਲੀਫ ਫੰਡ ਆ ਉਹਦੇ 'ਚ ਪਾਉਣਗੇ। ਇਹ 3 ਮਹੀਨੇ, ਅਗਲੇ 3 ਮਹੀਨੇ ਸਰਕਾਰ ਨੇ ਕਿਹਾ, ਅਪ੍ਰੈਲ, ਮਈ ਔਰ ਜੂਨ, ਮਤਲਬ ਇਹ 3 ਮਹੀਨਿਆਂ ਦੀ ਜਿਹੜੀ ਤਨਖਾਹ ਉਹ ਮੰਤਰੀ ਜਿਹੜੇ ਉਹ ਨਹੀਂ ਲੈਣਗੇ। ਜਿਹੜੇ ਸਰਕਾਰ ਦੇ ਮੁਲਾਜ਼ਮ ਨੇ ਉਹ ਆਪਣੇ ਅਹੁਦੇ ਦੇ ਹਿਸਾਬ ਦੇ ਨਾਲ 30%, 20% ਔਰ 10% ਇਹ ਤਨਖਾਹ ਦਾ ਜਿਹੜਾ ਕੋਵਿਡ ਰਿਲੀਫ ਫੰਡ 'ਚ ਹਿੱਸਾ ਪਾਉਣਗੇ। ਔਰ ਸੂਬੇ ਦੇ ਜਿਹੜੇ ਖਜ਼ਾਨਾ ਮੰਤਰੀ ਆ ਮਨਪ੍ਰੀਤ ਸਿੰਘ ਬਾਦਲ ਨੇ, ਉਹਨਾਂ ਜ਼ਿਕਰ ਕੀਤਾ ਕਿ ਸੂਬਾ ਸਰਕਾਰ ਨੇ 88,000 ਕਰੋੜ ਸਾਨੂੰ ਰੈਵਨਿਊ ਰਿਸੀਪਟ ਜਿਹੜਾ ਐਸਟੀਮੇਟ ਮਾਲੀਆ ਇਕੱਠਾ ਹੋਏਗਾ ਆਪਣਾ 20 ਸਾਲ ਜਿਹੜਾ ਵਿੱਤੀ ਵਰਾ 2019 ਤੇ 2020 'ਚ, ਲੇਕਿਨ ਹੁਣ ਤੱਕ ਸਿਰਫ 66,000 ਕਰੋੜ ਹੀ ਇਕੱਠਾ ਹੋਇਆ। ਮਤਲਬ ਕਿ 22,000 ਕਰੋੜ ਦੇ ਕਰੀਬ ਸਰਕਾਰ ਨੂੰ ਘਾਟਾ ਕਹਿ ਸਕਦੇ ਹੈਗੇ ਕਿ ਕਰਫਿਊ ਕਰਕੇ, ਲੋਕਡਾਊਨ ਕਰਕੇ, ਕਿਉਂਕਿ ਸਾਰੇ ਜਿਹੜੇ ਬਿਜ਼ਨਸ ਆ ਉਹ ਠੱਪ ਪਏ ਨੇ ਤੇ ਟੈਕਸ ਜਿਹੜੀ ਰਿਸੀਪਟ ਆ ਉਹ ਨਹੀਂ ਹੋਈ। ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਅਜੇ ਤੱਕ ਸੂਬਾ ਸਰਕਾਰ ਨੂੰ ਜਿਹੜਾ ਕਰੋਨਾ ਨੂੰ ਲੈ ਕੇ ਮਹਾਮਾਰੀ ਫੈਲੀ ਆ, ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਗਈ। ਤਾਂ ਇਹ ਵੀ ਇੱਕ ਚਿੰਤਾ ਦੀ ਗੱਲ ਆ। ਔਰ ਇਹਦੇ 'ਚ ਜ਼ਿਕਰ ਕੀਤਾ ਗਿਆ ਕਿ ਇਹ ਵੀ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ, ਕਿਉਂਕਿ ਟੈਕਸ ਡਿਊਟੀ ਜਿਹੜਾ ਉਹ ਵੀ ਨਹੀਂ ਹੋਈ, ਟਰਾਂਸਪੋਰਟ ਐਕਸਾਈਜ਼ ਸਟੈਂਪ ਡਿਊਟੀ, ਇਹਦੇ ਕਰਕੇ ਜਿਹੜਾ ਰੈਵਨਿਊ ਰਿਸੀਪਟ ਸੀ, ਮਾਲੀਆ ਜਿਹੜੇ ਆਮਦਨੀ ਹੋਣੀ ਸੀ, ਉਹ 22,000 ਕਰੋੜ ਰੁਪਏ ਨਹੀਂ ਹੋਈ। ਇਹ ਇੱਕ ਵੱਡਾ ਕਹਿ ਸਕਦੇ ਕਿ ਲਾਸ ਹੋਇਆ ਸਰਕਾਰ ਦਾ। ਔਰ ਇਸੇ ਕਰਕੇ ਫੈਸਲੇ ਲਿਆ ਕਿ ਜਿਹੜੇ ਮੰਤਰੀ ਆ ਉਹ ਅਗਲੇ 3 ਮਹੀਨੇ ਤਨਖਾਹ ਨਹੀਂ ਲੈਣਗੇ। ਜਿਹੜੇ ਸੂਬੇ ਦੇ ਮੁਲਾਜ਼ਮ ਤੇ ਅਧਿਕਾਰੀ ਆ ਉਹ ਆਪਣੀ ਅਹੁਦੇ ਦੇ ਹਿਸਾਬ ਦੇ ਨਾਲ ਤਨਖਾਹਾਂ 'ਚ ਕਟੌਤੀ ਕਰਨਗੇ, 30%, 20%, 10%। ਔਰ ਇਹ ਜਿਹੜਾ ਮਸਲਾ ਉਹ ਅੱਜ ਦੀ ਜਿਹੜੀ ਸਬ ਕਮੇਟੀ ਬਣੀ ਸੀ ਸੂਬੇ ਦੇ ਵਿੱਤੀ ਹਾਲਾਤ, ਉਹਨੂੰ ਲੈ ਕੇ ਚਰਚਾ ਕੀਤੀ ਗਈ ਸੀ ਤੇ ਇਹਦੇ 'ਚ ਸਰਕਾਰ ਨੇ ਆਪਣਾ ਦੁੱਖ ਵੀ ਸਾਂਝਾ ਕੀਤਾ ਹੈਗਾ। ਔਰ ਨਾਲ ਦੀ ਨਾਲ ਇਹ ਵੀ ਸਰਕਾਰ ਦੇ ਅਗਰ IT ਵਿਭਾਗ ਦੀ ਗੱਲ ਕੀਤੀ ਜਾਵੇ ਤਾਂ IT ਵਿਭਾਗ ਜਿਹਦੇ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਵੱਲੋਂ ਵੀ ITI ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰਾਖੀ ਲਈ ਆਨਲਾਈਨ ਕਲਾਸਾਂ ਔਰ ਥਿਓਰੈਟੀਕਲ ਵਿਸ਼ਿਆਂ ਵਾਸਤੇ ਈ-ਲਰਨਿੰਗ ਸਮੱਗਰੀ ਜਿਹੜੀ ਉਹਦੀ 34 ਜਿਹੜੇ ਟ੍ਰੇਡ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜੇ ਤਕਨੀਕੀ ਵਿਭਾਗ ਦੇ ਜਿਹੜੇ ਸਕੱਤਰ ਨੇ ਅਨੁਰਾਗ ਵਰਮਾ, ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈਗਾ। ਔਰ ਇਹ ਵੀ ਸਰਕਾਰ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ, ਕਿਉਂਕਿ ਕਰੋਨਾ ਮਹਾਮਾਰੀ ਨੂੰ ਲੈ ਕੇ ਇਹ ਕਾਫੀ ਪੂਰੇ ਦੇਸ਼ ਨਹੀਂ, ਪੂਰੀ ਦੁਨੀਆ ਹੀ ਚਿੰਤਾ 'ਚ ਆ। ਔਰ ਜਿੱਥੇ ਹਰਜੀਤ ਸਿੰਘ ਨੂੰ ਸਬ ਇੰਸਪੈਕਟਰ ਬਣਾ ਦਿੱਤਾ ਗਿਆ, ਉੱਥੇ ਜਿਹੜੇ ਬਾਕੀ ਉਹਨਾਂ ਦੇ ਨਾਲ ਉਸ ਸਮੇਂ ਸਵੇਰੇ ਡਿਊਟੀ 'ਤੇ ਹਾਜ਼ਰ ਸਨ, ਉਹਨਾਂ ਦੀ ਵੀ ਹੌਸਲਾ ਅਫਜ਼ਾਈ ਵਾਸਤੇ ਜਿਹੜਾ ਇੱਕ DGP ਇੱਕ ਡਿਸਕ ਅਵਾਰਡ ਹੁੰਦਾ, ਉਹਨਾਂ ਨਾਲ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ। ਇਹਦੇ 'ਚ ਜਿਹੜੇ SHO ਪਟਿਆਲਾ ਸਦਰ ਦੇ ਬਿੱਕਰ ਸਿੰਘ ਨੇ, ASI ਰਘਬੀਰ ਸਿੰਘ, ASI ਰਾਜ ਸਿੰਘ,
ਇਹ ਵੀ ਇਹਨਾਂ ਨੂੰ ਵੀ ਸਨਮਾਨ ਕੀਤਾ ਜਾਊਗਾ ਜਿਹੜਾ ਉਹ ਦਿਨ 12 ਅਪ੍ਰੈਲ ਨੂੰ 5:30 ਵਜੇ ਜਿਹੜੇ ਸਬਜ਼ੀ ਮੰਡੀ 'ਚ ਜਿਹੜੇ ਡਿਊਟੀ ਤੈਨਾਤ ਕਰ ਰਹੇ ਸੀ। ਇਸ ਤੋਂ ਇਲਾਵਾ ਇੱਕ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਯਾਦਵਿੰਦਰ ਸਿੰਘ, ਤੇ ਹਾਲਾਂਕਿ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਸਨ, ਫਿਰ ਵੀ ਉਹ ਕਿਉਂਕਿ ਸਿਵਲ ਦੇ ਪ੍ਰਸ਼ਾਸਨ ਦੇ ਅਧਿਕਾਰੀ, ਮੰਡੀ ਬੋਰਡ ਦੇ ਅਧਿਕਾਰੀ, ਲੇਕਿਨ ਉਹਨਾਂ ਨੂੰ ਵੀ ਸਰਕਾਰ ਨੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਬਹਾਦਰੀ ਦੇ ਤੌਰ 'ਤੇ ਉਹਨਾਂ ਨੇ ਵੀ ਆਪਣੀ ਡਿਊਟੀ ਨਿਭਾਈ ਸੀ, ਤੇ ਇਹ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ। ਔਰ ਇਹ ਅਗਰ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਖਬਰ ਆਈ ਹੈ ਸਾਹਮਣੇ ਕਿ ਪਟਿਆਲੇ ਦੇ ਜਿਹੜੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਸਿੰਘ ਜੋਗੀ ਤੇ ਉਹਨਾਂ ਦੇ ਸਪੁੱਤਰ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਆ। ਔਰ ਉਹ ਉੱਥੋਂ ਦੇ ਜਿਹੜੇ ਡਾਕਟਰ ਹਰੀਸ਼ ਮਲਹੋਤਰਾ ਨੇ ਪਟਿਆਲੇ ਦੇ, ਉਹਨਾਂ ਨੇ ਦੱਸਿਆ ਕਿ ਜੋਗੀ ਤੇ ਉਹਨਾਂ ਦੇ ਸਪੁੱਤਰ ਅੱਜ ਆਪ ਹੀ ਸਵੇਰੇ ਹਸਪਤਾਲ ਵਿੱਚ ਕਰੋਨਾ ਟੈਸਟ ਕਰਾਉਣ ਲਈ ਆਏ ਸਨ, ਤੇ ਉਹਨਾਂ ਕਿਹਾ ਕਿ ਇਸ ਤੋਂ ਬਿਨਾਂ 3 ਹੋਰ ਮਰੀਜ਼ ਵੀ ਨੈਗੇਟਿਵ ਪਾਏ ਗਏ ਨੇ। ਤੇ ਪਟਿਆਲੇ ਵਾਲਿਆਂ ਵਾਸਤੇ ਇੱਕ ਵੱਡੀ ਤੇ ਰਾਹਤ ਦੀ ਖਬਰ ਹੈ, ਪੰਜਾਬ ਵਾਸਤੇ ਵੀ ਰਾਹਤ ਦੀ ਖਬਰ ਹੈ। ਔਰ ਉਹਨਾਂ ਇਹ ਵੀ ਕਿਹਾ ਕਿ ਲੋਕ ਅਫਵਾਹਾਂ ਤੋਂ ਬਚਣ, ਕਾਫੀ ਇਸ ਕਿਸਮ ਦੀਆਂ ਅਫਵਾਹਾਂ ਆ ਰਹੀਆਂ ਨੇ। ਔਰ ਇਸੇ ਤਰ੍ਹਾਂ ਅਸੀਂ ਇੱਕ ਹੋਰ ਖਬਰ ਸਾਂਝੀ ਕਰਨਾ ਚਾਹਾਂਗੇ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਘੋਸ਼ਣਾ ਕੀਤੀ ਕਿ ਬਰਨਾਲਾ ਤੇ ਜਿਹੜੇ ਪੱਟੀ ਜੇਲ੍ਹ ਆ ਉਹਨੂੰ ਇਕਾਂਤਵਾਸ ਵਜੋਂ ਐਲਾਨਿਆ ਗਿਆ ਹੈਗਾ, ਆਈਸੋਲੇਸ਼ਨ ਉੱਥੇ ਦੇ ਤੌਰ 'ਤੇ ਉਹਨੂੰ ਕਨਵਰਟ ਕੀਤਾ ਗਿਆ। ਔਰ ਇੱਥੇ ਜਿਹੜੇ ਇਹਨਾਂ ਜੇਲ੍ਹਾਂ ਦੇ ਜਿਹੜੇ 412 ਕੈਦੀ ਸੀ ਉਹਨਾਂ ਨੂੰ ਹੋਰ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਗਿਆ ਹੈਗਾ। ਔਰ ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 200 ਕੈਦੀ ਜਿਹੜੇ ਜੇਲ੍ਹ ਬਠਿੰਡਾ 'ਚ ਭੇਜੇ ਗਏ ਨੇ। ਪੱਟੀ ਸਬ ਜੇਲ੍ਹ ਦੇ ਜਿਹੜੇ 10 ਕੈਦੀ ਸੀ ਉਹ ਜ਼ਿਲ੍ਹਾ ਜੇਲ੍ਹ ਮੁਕਤਸਰ ਵਿੱਚ ਭੇਜੇ ਗਏ ਨੇ। ਤੇ ਇਹ ਜਿਹੜੇ ਆਈਸੋਲੇਸ਼ਨ ਅਵਾਰਡ ਬਣਾਏ ਗਏ ਨੇ ਜੇਲ੍ਹ ਵਿਭਾਗ ਵੱਲੋਂ, ਇਹ ਜਿਹੜੀਆਂ ਜੇਲ੍ਹਾਂ ਬਰਨਾਲਾ ਤੇ ਪੱਟੀ, ਇਹਨਾਂ ਨੂੰ ਲੋੜ ਪੈਣ 'ਤੇ ਸਰਕਾਰ ਨੇ ਵਰਤਣ ਦਾ ਫੈਸਲਾ ਕੀਤਾ ਹੈਗਾ। ਇਹ ਵੀ ਬਹੁਤ ਜ਼ਰੂਰੀ ਸੀ। ਔਰ ਸਾਰਾ ਡਿਪਾਰਟਮੈਂਟ ਆਪਣੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਹੈਗਾ, ਕਿਉਂਕਿ ਬਹੁਤ ਵੱਡੀ ਲੜਾਈ ਇਹ ਕਰੋਨਾ ਦੇ ਖਿਲਾਫ ਚੱਲ ਰਹੀ ਹੈਗੀ ਆ, ਔਰ ਨੂੰ ਜਿੱਤਣ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ। ਔਰ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ 'ਚ ਰਹੋ, ਤੇ ਉਹ ਬਹੁਤ ਜ਼ਰੂਰੀ ਆ। ਜਿਹੜੀ ਵੀ ਸਰਕਾਰ ਵੱਲੋਂ ਐਡਵਾਈਜ਼ਰੀ ਆ ਉਹ ਬਹੁਤ ਜ਼ਰੂਰੀ ਆ। ਔਰ ਅਗਰ ਅਸੀਂ ਗੱਲ ਕੀਤੀ ਜਾਵੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਉਹਨਾਂ ਦੇ ਵੀ ਬਿਆਨ ਸਾਹਮਣੇ ਆਏ। ਉਹਨਾਂ ਕਿਹਾ ਕਿ ਪੰਜਾਬ ਨੂੰ COVID-19 ਦੇ ਵਿਰੁੱਧ ਜੰਗ 'ਚ ਮਿਸਾਲ ਬਣਾਇਆ ਜਾਏਗਾ ਪੰਜਾਬ ਨੂੰ। ਔਰ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਭਾਵਿਤ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਘਰਾਂ ਵਿੱਚ ਰਹੋ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰੋ। ਇਕੱਠੇ ਮਾਮਲੇ ਸਾਹਮਣੇ ਆਉਣ ਵਾਲੇ ਖੇਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਕੰਟੇਨਮੈਂਟ ਪਲਾਨ, ਤੇ ਮਰੀਜ਼ਾਂ ਦੇ ਪ੍ਰਬੰਧਾਂ ਲਈ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਔਰ ਇਹਨਾਂ ਵੀ ਦੱਸਿਆ ਕਿ 5193 ਵਿਅਕਤੀਆਂ ਦਾ ਜਿਹੜਾ ਟੈਸਟ ਕੀਤਾ ਗਿਆ ਹੈ, ਜਿਨ੍ਹਾਂ 'ਚ 4404 ਨੈਗੇਟਿਵ ਪਾਏ ਗਏ ਨੇ ਤੇ 29 ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹੋਏ ਨੇ। ਔਰ ਉਹਨਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਜਿਹੜੇ 4 ਜ਼ਿਲ੍ਹੇ ਨੇ ਉਹ ਅਤੀ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਨੇ, ਜਿਨ੍ਹਾਂ ਨੂੰ ਹੌਟਸਪੌਟ ਕਿਹਾ ਜਾਂਦਾ ਹੈਗਾ। ਉਹਨਾਂ 'ਚ ਮੋਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਪਠਾਨਕੋਟ, ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹੁਣ ਤੱਕ 15 ਤੋਂ ਵੱਧ ਮਾਮਲੇ ਰਿਪੋਰਟ ਹੋਏ ਨੇ। ਔਰ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਹੁਣ ਦੂਜੀ ਸਟੇਜ ਵਿੱਚ ਹੈ ਤੇ ਕਿਸੇ ਵੀ ਤਰ੍ਹਾਂ ਦੇ ਅਣਕਿਆਸੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਸਿਹਤ ਵਿਭਾਗ ਦੀਆਂ ਮੋਹਰਲੀ ਕਤਾਰ ਵਾਲੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸ਼ਨਾਖਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੇ ਨੇ, ਤਾਂ ਜੋ ਇਸ ਲਾਗ ਵਾਲੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਸਾਡੇ ਕੋਲ ਨਵਾਂ ਸ਼ਹਿਰ ਦੀ ਬਿਹਤਰੀਨ ਮਿਸਾਲ ਹੈ, ਜਿੱਥੇ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। 26 ਮਾਰਚ ਤੋਂ ਬਾਅਦ ਉੱਥੇ ਜਿਹੜੀ ਗਿਣਤੀ ਆ ਮਰੀਜ਼ਾਂ ਦੀ 19 ਤੇ ਹੀ ਰੋਕ ਲੱਗ ਗਈ ਹੈ। ਇਹ ਪੰਜਾਬ ਵਾਸਤੇ ਨਵਾਂ ਸ਼ਹਿਰ ਇੱਕ ਐਗਜ਼ਾਮਪਲ ਬਣਿਆ। ਔਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਵੀ ਨਵਾਂ ਸ਼ਹਿਰ ਦਾ ਜਿਹੜਾ ਮਾਡਲ ਆ ਉਹਨੂੰ ਅਪਣਾ ਰਹੇ ਨੇ। ਔਰ ਉਹਨਾਂ ਇਹ ਵੀ ਕਿਹਾ ਕਿ ਮੰਤਰੀ ਨੇ ਜਿੱਥੇ ਵੀ ਇਕੱਠੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਮਾਮਲਿਆਂ ਦੇ ਆਸ-ਪਾਸ 3 ਕਿਲੋਮੀਟਰ ਦੇ ਦਾਇਰੇ ਵਿਚਲੇ ਖੇਤਰ ਨੂੰ ਕੰਟੇਨਮੈਂਟ
ਪਲਾਨ ਅਧੀਨ ਲਿਆਂਦਾ ਜਾਂਦਾ ਹੈ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਂਦਾ ਤੇ ਕਿਸੇ ਨੂੰ ਵੀ ਉਕਤ ਖੇਤਰ ਵਿੱਚ ਆਉਣ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਦੀ ਨਿਗਰਾਨੀ ਅਤੇ ਜਾਂਚ ਕੀਤੀ ਜਾਂਦੀ ਔਰ ਜੇ ਕੋਈ ਵਿਅਕਤੀ COVID-19 ਤੋਂ ਪੋਜ਼ਿਟਿਵ ਪਾਇਆ ਜਾਂਦਾ ਉਸ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜਿਆ ਜਾਂਦਾ ਤੇ ਸਿਹਤ ਟੀਮਾਂ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਦੀ ਭਾਲ ਲਈ ਨਿਯਮਿਤ ਆਧਾਰ ਤੇ ਸਰਵੇ ਕਰਦੀਆਂ ਹਨ ਤੇ ਉਹਨਾਂ ਜਿਹੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਵੀ ਕਿਹਾ ਕਿ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਮੋਹਾਲੀ ਔਰ ਜਲੰਧਰ ਹੈ ਕਿਉਂਕਿ ਇੱਥੇ ਵੀ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ 1000 ਦੇ ਕਰੀਬ ਰੈਪਿਡ ਟੈਸਟ ਕਿੱਟਾਂ ਦਿੱਤੀਆਂ ਗਈਆਂ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਸ਼ਨਾਖਤ ਕੀਤੇ ਗਏ ਇਲਾਕਿਆਂ ਵਿੱਚ ਹੀ ਬੰਨ੍ਹ ਦਿੱਤਾ ਜਾਵੇ ਤੇ ਜਲਦ ਤੋਂ ਜਲਦ ਸਾਰੇ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਨੂੰ ਇਲਾਜ ਅਧੀਨ ਲਿਆਂਦਾ ਜਾ ਸਕੇ ਔਰ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਆ ਸੂਬੇ ਦੇ ਜਿਹੜੇ ਸਿਹਤ ਮੰਤਰੀ ਔਰ ਇੱਕ ਹੋਰ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਨਾ ਚਾਹਾਂਗੇ ਕਿ ਮੋਹਾਲੀ ਪੁਲਿਸ ਵੱਲੋਂ ਵੀ ਇੱਕ ਯਤਨ ਕੀਤਾ ਗਿਆ ਉਹ ਯਤਨ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਔਰ ਲੋਕਾਂ ਨੂੰ ਵਾਰ-ਵਾਰ ਸਮਝਾਉਣ ਦੇ ਯਤਨ ਕੀਤੇ ਜਾ ਰਹੇ ਨੇ ਵੀ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ ਇਹ ਬਿਮਾਰੀ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਬਹੁਤ ਤੇਜ਼ੀ ਨਾਲ ਫੈਲਦੀ ਆ ਔਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਣੀ ਚਾਹਾਂਗੇ ਕਿ ਉਸ ਤਸਵੀਰ ਦੇ ਵਿੱਚ ਮੋਹਾਲੀ ਪੁਲਿਸ ਨੇ ਇੱਕ ਜਮਦੂਤ ਬਣਾਇਆ ਗਿਆ ਪੂਰੇ ਸ਼ਹਿਰ ਵਿੱਚ ਘੁਮਾਇਆ ਪੰਜਾਬ ਪੁਲਿਸ ਦੇ ਨਾਲ ਤੁਸੀਂ ਅਧਿਕਾਰੀ ਦੇਖ ਰਹੇ ਹੋਗੇ ਯੂਨੀਫਾਰਮ ਦੇ ਵਿੱਚ ਔਰ ਨਾਲ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਕਰੋਨਾ ਵੀ ਇੱਕ ਜਮਦੂਤ ਆ ਇਹ ਤੁਸੀਂ ਤਸਵੀਰ ਦੇਖ ਸਕਦੇ ਕਿ ਕਰੋਨਾ ਵੀ ਇੱਕ ਜਮਦੂਤ ਆ ਇਹ ਜਿਉਂਦਾ ਜਾਗਦਾ ਜਮਦੂਤ ਆ ਜਿਉਂਦਾ ਜਾਗਦਾ ਜਮਦੂਤ ਆ ਇਸ ਤੋਂ ਬਚਿਆ ਜਾਵੇ ਆਪਣੇ ਘਰਾਂ ਦੇ ਵਿੱਚ ਰਹੋ ਤੁਸੀਂ ਘਰ ਚੋਂ ਬਾਹਰ ਨਿਕਲੇ ਤੇ ਜਮਦੂਤ ਤੁਹਾਨੂੰ ਪਕੜ ਲਏਗਾ ਆਪਣੇ ਕਲਾਵੇ 'ਚ ਲੈ ਲਏਗਾ ਤੁਸੀਂ ਪਕੜੇ ਗਏ ਤੇ ਬਹੁਤ ਸਾਰੇ ਲੋਕ ਹੋਰ ਵੀ ਪਕੜੇ ਜਾਣਗੇ ਇਹ ਮੋਹਾਲੀ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਇੱਦਾਂ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਲੋਕਾਂ ਨੂੰ ਜਾਗਰੂਕ ਕਰਨ ਔਰ ਇੱਕ ਹੋਰ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਇੱਕ ਤਸਵੀਰ ਆ ਸ਼ਤਰਾਣਾ ਹਲਕਾ ਪਟਿਆਲਾ ਦੇ ਵਿੱਚ ਆ ਉੱਥੇ ਕਿਉਂਕਿ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਲੇਕਿਨ ਇਹਦੇ 'ਚ ਇੱਕ PCS ਅਧਿਕਾਰੀ ਆ ਪੰਜਾਬ ਸਰਕਾਰ ਦੇ ਪੰਜਾਬ ਕਾਂਗਰਸ ਦੇ MLA ਦੇਖਣੇ ਇਹ ਜਿਹੜੀ ਸੋਸ਼ਲ ਡਿਸਟੈਂਸ ਦੀਆਂ ਗੱਲਾਂ ਹੋ ਰਹੀਆਂ ਇਹ ਤੁਸੀਂ ਤਸਵੀਰ 'ਚ ਦੇਖ ਸਕਦੇ ਜੇ ਕਿ ਕਿਹੋ ਜਿਹੀਆਂ ਤਸਵੀਰਾਂ ਇਹ ਫੋਟੋ ਖਿਚਾਉਣ ਦੇ ਚੱਕਰ ਦੇ ਵਿੱਚ ਅਧਿਕਾਰੀ MLA ਉਹਨਾਂ ਦੀਆਂ ਜਿਹੜੀਆਂ ਅਸੂਲ ਨੇ ਜਾਂ ਜਿਹੜੀਆਂ ਸਰਕਾਰ ਦੀਆਂ ਐਡਵਾਈਜ਼ਰੀਆਂ ਸਲਾਹਾਂ ਨੇ ਉਹ ਛਿੱਕੇ ਟੰਗੀਆਂ ਨੇ ਤੋੜ ਦਿੱਤੀਆਂ ਨੇ ਔਰ ਇਸ ਕਰਕੇ ਅਜਿਹੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਬਣਦੀ ਹੈਗੀ ਆ ਕਿ ਘੱਟੋ ਘੱਟ ਫੋਟੋ ਖਿਚਾਉਣ ਦੇ ਚੱਕਰ 'ਚ ਆਪਣੀ ਪਬਲਿਸਿਟੀ ਕਰਨ ਦੇ ਚੱਕਰ ਦੇ ਵਿੱਚ PCS ਅਧਿਕਾਰੀ ਤੇ ਜਾਂ ਉੱਥੋਂ ਦੇ ਜਿਹੜੇ MLA ਉਹ ਵੀ ਐਡਵਾਈਜ਼ਰ ਨੂੰ ਭੁੱਲ ਗਏ ਔਰ ਨਾਲ ਦੇ ਨਾਲ ਜਿਸ ਤਰ੍ਹਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਵੇ ਤੇ ਉੱਥੇ ਬਹੁਤ ਇੱਕ ਵੱਡਾ ਫੈਸਲਾ ਲਿਆ ਗਿਆ ਉੱਥੋਂ ਦੇ ਡਿਪਟੀ ਕਮਿਸ਼ਨਰ ਵੱਲੋਂ ਕਿ ਜਿਹੜੀਆਂ ਲੰਗਰ ਛਕਾਏ ਜਾ ਰਹੇ ਲੋਕਾਂ ਨੂੰ ਤੇ ਇਹ ਵੀ ਇੱਕ ਪਬਲਿਸਿਟੀ ਸਟੰਟ ਬਣ ਚੁੱਕਾ ਸੀ ਲੋਕੀ ਫੋਟੋਆਂ ਖਿਚਾਉਂਦੇ ਹੈਗੇ ਨੇ ਉਹਦੇ ਨਾਲ ਵੀ ਵਾਇਰਸ ਫੈਲਣ ਦਾ ਖਤਰਾ ਹੈਗਾ ਤੇ ਉਹਨਾਂ ਨੇ ਆਰਡਰ ਪਾਸ ਕਰ ਦਿੱਤੇ ਨੇ ਕਿ ਜਿਹੜੇ ਵੀ ਇਦਾਂ ਦੀਆਂ NGO ਜਾਂ ਜਿਹੜੇ ਲੋਕ ਨੇ ਉਹ ਇਦਾਂ ਦੀਆਂ ਤਸਵੀਰਾਂ ਨਹੀਂ ਛਪਾਉਣਗੇ ਕਿਉਂਕਿ ਲੋਕ ਇਸ ਮੌਕੇ ਵੀ ਪਬਲਿਸਿਟੀ ਕਰਨ ਤੋਂ ਬਾਜ਼ ਨਹੀਂ ਆ ਰਹੇ ਔਰ ਸਿਆਣੇ ਤੇ ਕਹਿ ਗਏ ਨੇ ਕਿ ਜੋ ਦਾਨ ਕਰੀ ਖੱਬੇ ਨੂੰ ਨਾ ਪਤਾ ਲੱਗੇ ਖੱਬੇ ਹੱਥ ਨਾ ਕਰੋ ਤੇ ਸੱਜੇ ਨੂੰ ਨਾ ਪਤਾ ਲੱਗੇ ਲੇਕਿਨ ਇੱਕ ਪਬਲਿਸਿਟੀ ਸਟੰਟ ਆ ਤੇ ਇਹ ਜਿਹੜੇ ਪੰਜਾਬ ਦੇ ਜਿਹੜੇ ਅੱਜ ਦੇ ਜਿਹੜੇ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਟੋਟਲ ਕਿੰਨੇ ਮਰੀਜ਼ ਨੇ ਸਰਕਾਰਾਂ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਹੀ PCS ਅਧਿਕਾਰੀ ਹੋਣ ਜਾਂ IAS ਅਧਿਕਾਰੀ ਹੋਣ ਜਾਂ ਪੰਜਾਬ ਦੇ ਮੰਤਰੀ ਜਾਂ ਵਿਧਾਇਕ ਉਹਨਾਂ ਵੱਲੋਂ ਵੀ ਜਿਹੜੇ ਸਲਾਹਾਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹ ਅੱਜ ਉਹਨਾਂ ਨੇ ਸਿੱਕੇ ਤੇ ਟੰਗੀਆਂ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਨੇ ਇਸ ਨੂੰ ਨੋਟਿਸ 'ਚ ਲੈ ਲਿਆ ਹੋਊਗਾ ਕਿ ਹੋਰ ਆਮ ਲੋਕਾਂ ਨੂੰ ਤੇ ਸਖਤੀ ਕੀਤੀ ਜਾ ਰਹੀ ਹੈ ਲੇਕਿਨ ਇਹ ਜਿਹੜੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਬਣਦੀ ਹੈਗੀ ਔਰ ਇਸ ਤਰ੍ਹਾਂ ਹੀ ਜਿੱਦਾਂ ਮੋਹਾਲੀ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਰੋਨਾ ਤੋਂ ਬਚਣ ਲਈ ਪੂਰੇ ਸ਼ਹਿਰ ਦੇ ਵਿੱਚ ਜਮਦੂਤ ਬਣਾ ਕੇ ਇੱਕ ਜਮਦੂਤ ਦਾ ਪਾਤਰ ਬਣਾ ਕੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਕਰੋਨਾ ਇੱਕ ਜਮਦੂਤ ਹੈ ਇਸ ਤੋਂ ਬਚਿਆ ਜਾਵੇ ਫਿਲਹਾਲ
ਅੱਜ ਦੇ ਇਸ ਪ੍ਰੋਗਰਾਮ 'ਚ ਇੰਨਾ ਹੀ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।